ਖੁਸਰੇ ਨੇ 3 ਯਾਰਾਂ ਨੂੰ ਲੱਤਾਂ ਤੋਂ ਲੰਗੜਿਆਂ ਕਰ ਦਿੱਤਾ। ਇੱਕ ਤੇ ਆਇਆ ਸੀ ਬਾਹਰ ਦੇ ਮੁਲਕ ਤੋਂ, ਰਾਜੋ ਨੇ ਪੈਸਾ ਕਮਾਇਆ ਸੀ। ਜਿਸਲੇ ਪਾਕਿਸਤਾਨ ਆਇਆ ਤੇ ਆ ਕੇ ਆਪਣੇ 2 ਯਾਰ ਬਚਪਨ ਦੇ ਢੂੰਡ ਕੇ ਉਹਨਾਂ ਨਾਲ ਇਕੱਠਾ ਹੋ ਗਿਆ। ਉਹਨਾਂ ਨੂੰ ਕਹਿੰਦਾ ਕਿ ਤੁਸੀਂ ਕੰਮ ਸ਼ਾਮ ਨਹੀਂ ਕਰਨਾ, ਨਵੇਂ ਕੱਪੜੇ ਸਵਾਓ, ਨਵੀਂ ਜੁੱਤੀ ਪਾਓ ਤੇ ਗੱਡੀ ਮੈਂ ਨਵੀਂ ਕਢਾਈ ਆ, ਅਸੀਂ ਹੁਣ ਤਰਵੇ ਯੈਸ਼ੀ ਕਰਾਂਗੇ। ਜਿਹੜੀਆਂ ਬਚਪਨ 'ਚ ਅਸੀਂ ਸ਼ਰਾਰਤਾਂ ਕਰਦੇ ਰਹੇ ਹਾਂ ਹੁਣ ਅਸੀਂ ਜਵਾਨੀ 'ਚ ਵੀ ਕਰਨੀਆਂ ਨੇ। ਉਹ ਕਹਿੰਦੇ ਬਾਬਾ ਤੂੰ ਟੈਨਸ਼ਨ ਨਾ ਲੈ, ਅਸੀਂ ਤੇਰੇ ਨਾਲ ਆ। ਜਨਾਬ ਵਲੈਤੀ ਲਿਆ ਕੇ ਰਾਤੀ ਪੀਂਦੇ ਰਹਿੰਦੇ ਸੀ, ਪੂਰੀ ਯੈਸ਼ੀ ਕਰਦੇ ਸੀ। ਬੜੇ ਖੁਸ਼ ਹੈ ਕਿ ਚਲੋ ਸਾਡੀ ਵੀ ਨਾਲ ਯੈਸ਼ੀ ਹੋ ਰਹੀ ਹੈ। ਇੱਕ ਦਿਨ ਜਿਹੜਾ ਬਾਹਰੋਂ ਆਇਆ ਕਹਿੰਦਾ ਬਾਬਾ ਮੈਂ ਤੇ ਤੁਹਾਨੂੰ ਯੈਸ਼ੀ ਕਰਾਉਣਾ ਪਿਆ, ਤੁਸੀਂ ਮੈਨੂੰ ਕਦੋਂ ਯੈਸ਼ੀ ਕਰਾਣੀ? ਉਹਨਾਂ ਕਿਹਾ ਦੱਸ ਕਿਸ ਤਰ੍ਹਾਂ ਦੀ ਤੂੰ ਯੈਸ਼ੀ ਕਰੇ? ਉਹਨਾਂ ਕਿਹਾ ਕੋਈ ਕੁੜੀ ਛੁੜੀ ਲੈ ਕੇ ਆਓ, ਜਿੰਨੇ ਪੈਸੇ ਹੈ ਨੇ ਮੈਂ ਦਿਆਂਗਾ, ਉਹ ਕੋਈ ਟੈਨਸ਼ਨ ਨਹੀਂ। ਉਹਨਾਂ ਆਖਿਆ ਤੂੰ ਫਿਕਰ ਨਾ ਕਰ, ਸਾਡਾ ਰਾਬਤਾ ਹੈ 1-2 ਬੰਦੇ ਨਾਲ, ਅਸੀਂ ਉਹਦੇ ਨਾਲ ਗੱਲ ਕਰਨੇ ਆ ਤੇ ਉਹ ਕੁੜੀ ਲੈ ਆਉਣਗੇ। ਉਹਨਾਂ ਕਿਹਾ ਫਟਾਫਟ ਫੋਨ ਮਾਰੋ, ਉਹਨੂੰ ਆਖੋ ਅੱਜ ਹੀ ਲੈ ਕੇ, ਜਿੰਨੇ ਪੈਸੇ ਚਾਹੀਦੇ ਨੇ ਮੈਂ ਦਿਆਂਗਾ। ਉਹਨੂੰ ਜਨਾਬ ਪੀਤੀ ਢੇਰ ਰਹੀ ਸੂ। ਜਿਸ ਵੇਲੇ ਉਹਨੂੰ ਕਾਲ ਮਾਰੀ ਉਹਨੇ ਆਖਿਆ ਤੁਸੀਂ ਇੰਜ ਕਰੋ ਮੇਰੇ ਕੋਲ ਇੱਥੇ ਆਵੋ ਤੇ ਮੈਂ ਤੁਹਾਡੀ ਗੱਲ ਕਰਾਨਾ। ਉਹ ਜਨਾਬ ਜਿਸ ਵੇਲੇ ਤਰਵੇ ਉੱਥੇ ਗਏ ਗੱਡੀ ਲੈ ਕੇ, ਉਹ ਬੰਦਾ ਆਇਆ ਚਾਦਰ ਸ਼ਾਦਰ ਵਲੇਟੀ। ਉਹਨੇ ਆਖਿਆ ਬਾਬਾ ਤੁਸੀਂ ਫਿਕਰ ਨਾ ਕਰੋ, ਅਤੇ ਸਾਡੇ ਗੁਆਂਢੀ ਉਹ ਕੁੜੀ ਹੈ ਵੈ, ਉਹ ਹੀ ਮੈਂ ਤੁਹਾਡੇ ਨਾਲ ਤੋਰ ਦਿਆਂਗਾ, ਲੇਕਿਨ ਤੁਸੀਂ ਰੁਪਈਆ 50,000 ਮੈਨੂੰ ਦਿਓ ਇੱਕ ਵਾਰੀ, ਮੈਂ ਜਾ ਕੇ ਉਹਨੂੰ ਫੜਾ ਤੇ ਫਿਰ ਆ ਕੇ ਤੁਹਾਡੀ ਗੱਡੀ 'ਚ ਬਹਿ ਜਾਏਗੀ। ਉਹਨੇ ਆਖਿਆ ਠੀਕ ਹੈ। ਉਹਨੇ ਜਨਾਬ ਉਸੇ ਟਾਈਮ ਜਿਹੜਾ 50,000 ਰੁਪਈਆ ਕੱਢ ਕੇ ਤੇ ਫੜਾ ਦਿੱਤਾ। ਜਿਸ ਵੇਲੇ 50,000 ਫੜਾਇਆ ਉਹ ਆਂਦਾ ਬਸ ਮੈਂ ਆਇਆ ਇੰਜ ਫਟੋਫਟ। ਉਹ 50,000 ਲੈ ਕੇ ਇਹ ਤਕਰੀਬਨ ਘੰਟਾ ਪੂਰਾ ਇੰਤਜ਼ਾਰ ਕਰਦੇ ਰਹੇ। ਉਹ ਬੰਦਾ ਕੌਣ ਆਇਆ, ਉਹਨੂੰ ਬਾਰ-ਬਾਰ ਫੋਨ ਮਾਰਨ ਤੇ ਉਹ ਫੋਨ ਹੀ ਕੋਨਾ ਚੁੱਕੇ ਹੈ ਵੀ। ਉਹ ਜਨਾਬ ਪਰੇਸ਼ਾਨ ਹੋ, ਉਹਨਾਂ ਕਿਹਾ ਯਾਰ ਇਹ ਤੇ ਕੰਮ ਖਰਾਬ ਹੋ ਗਿਆ। ਉਹਨੇ ਕਿਹਾ ਚੱਲ ਛੱਡ 50,000 ਨੂੰ, ਕਿਸੇ ਹੋਰ ਨੂੰ ਪਤਾ ਕਰ, ਅੱਜ ਜਿਹੜਾ ਨਾ ਮਾਹੌਲ ਬਣਾਣਾ ਹੀ ਬਣਾਣਾ। ਉਹਨੇ ਆਖਿਆ ਚੱਲ ਸਹੀ ਹੈ ਪਤਾ ਕਰਨਾ। ਉਹਨੇ ਇੱਕ ਹੋਰ ਬੰਦੇ ਨੂੰ ਫੋਨ ਮਾਰਿਆ, ਉਹਨੇ ਆਖਿਆ ਯਾਰ ਮੇਰੇ ਕੋਲ ਤੇ ਕੋਈ ਨਹੀਂ, ਫਲਾਣੇ ਪਿੰਡ 'ਚ ਬੰਦਾ ਹੈ ਵਾ, ਤੁਸੀਂ ਉਹਦੇ ਕੋਲ ਲਗੇ ਜੋ, ਉਹਨੇ ਤੁਹਾਨੂੰ ਫਟੋਫਟ ਬੰਦੋਬਸਤ ਕਰ ਦਿਓ। ਉਹਨੇ ਆਖਿਆ ਬਾਬਾ ਟੈਨਸ਼ਨ ਹੀ ਕੋਈ ਨਹੀਂ, ਚੱਲ ਉਸੇ ਪਿੰਡ ਚੱਲਨੇ ਆ। ਮੁੰਡਿਆਂ ਨੇ ਆਖਿਆ ਢੇਰ ਦੂਰ ਹੈ ਤੇ ਟਾਈਮ ਢੇਰ ਲੱਗ ਜਾਣਾ, ਰਹਿੰਦੇ। ਉਹਨੇ ਆਖਿਆ ਨਹੀਂ ਨਹੀਂ ਹੁਣ ਜਾਣਾ ਹੀ ਜਾਣਾ। ਜਿਹੜਾ ਬਾਹਰੋਂ ਆਇਆ ਕਹਿੰਦਾ ਤੁਸੀਂ ਹੁਣ ਹੀ ਚਲੋ। ਉਹਨੇ ਆਖਿਆ ਠੀਕ ਹੈ ਠਹਿਰ ਜਾ, ਘਰੋਂ ਮੈਨੂੰ ਕੋਈ ਬੰਦੂਕ ਸ਼ੂਕ ਲੈ ਆਵੰਦੇ, ਇਹ ਨਾ ਵੇ ਰਾਹ 'ਚ ਕੋਈ ਮਸਲਾ ਬਣ ਜੇ। ਉਹ ਜਨਾਬ ਘਰੋਂ ਉਹਨੇ ਜਿਹੜਾ 30 ਬੋਰ ਲੈਣ ਦਾ ਇੱਥੇ ਪਾ ਲਿਆ ਕਿ ਰਾਹ ਜਿਹੜਾ ਬੜਾ ਸੁਨਸਾਨ ਜਿਹਾ। ਜਿਸ ਵੇਲੇ ਰਾਹ 'ਚ ਗਏ ਜਨਾਬ ਰਾਹ 'ਚ ਵੀ ਪੀਂਦੇ ਪਲਾਂਦੇ ਗਏ। ਉਹਨੇ ਆਖਿਆ ਬਾਬਾ ਉਹਨੂੰ ਆਖੀ ਕਿ ਜਿਤਨੇ ਪੈਸੇ ਲੈਣੇ ਨਹੀਂ ਲਾਜ਼ਮੀ ਜਿਹੜਾ ਉਹ ਜ਼ਿਆਤੀ ਕਰ ਗਿਆ, ਇਹ ਨਾ ਜ਼ਿਆਤੀ ਕਰ। ਉਹਨੇ ਕਿਹਾ ਤੂੰ ਫਿਕਰ ਨਾ ਕਰ, ਇਹ ਬੰਦਾ ਬੜਾ ਬਿਹਤਰੀਨ ਹੈ, ਇਹ ਕਿਰੂ ਨਾ ਕਿਰੂ ਸਾਨੂੰ ਕੁੜੀ ਜਿਹੜੀ ਆ ਉਹ ਪੈਦਾ ਕਰਕੇ ਦੇਗਾ। ਉਹ ਜਨਾਬ ਜਿਸ ਵੇਲੇ ਰਾਤੀ ਜਾ ਕੇ ਪਿੰਡ ਉਹਨਾਂ ਦਾ ਦਰਵਾਜ਼ਾ ਖੜਕਾਇਆ, ਪਹਿਲਾਂ ਤਾਂ ਉਹਨਾਂ ਕਾਫੀ ਦੇਰ ਦਰਵਾਜ਼ਾ ਹੀ ਕੋਨਾ ਖੋਲਿਆ। ਜਿਸ ਵੇਲੇ ਦਰਵਾਜ਼ਾ ਖੋਲਿਆ ਉਹ ਪਰੇਸ਼ਾਨ ਹੋ ਗਿਆ ਤਾਂ ਉਹਨੇ ਕਿਹਾ ਸਾਨੂੰ ਫਲਾਣੇ ਬੰਦੇ ਨੇ ਟੋਰਿਆ, ਇਸ ਤਰ੍ਹਾਂ ਸਾਨੂੰ ਤੇਰੇ ਨਾਲ ਕੰਮ। ਉਹਨੇ ਕਿਹਾ ਦੱਸੋ ਕੀ ਕੰਮ ਹੈ? ਉਹਨੇ ਆਖਿਆ ਇਸ ਤਰ੍ਹਾਂ ਸਾਨੂੰ ਕੁੜੀ ਚਾਹੀਦੀ ਹੈ ਤੇ ਅੱਜ ਹੀ ਚਾਹੀਦੀ ਹੈ ਤੇ ਤੂੰ ਸਾਨੂੰ ਕਿਰੂ ਲਿਆ ਕੇ ਦੇ, ਅਸੀਂ ਜਿੰਨੇ ਪੈਸੇ ਆਏ ਨਾ ਅਸੀਂ ਦਿਆਂਗੇ। ਉਹਨੇ ਆਖਿਆ ਗੱਲ ਸੁਣੋ, ਮੈਂ ਤੇ ਅੱਗੇ ਵੀ ਬੰਦਾ ਜਿਹੜਾ ਆਖਦਾ ਉਹਨੂੰ ਇਸਲਾਮਾਬਾਦ ਤੋਂ ਲਿਆ ਕੇ ਦੇਣਾ, ਮੈਂ ਆਪਣੀ 10,000 ਕਮਿਸ਼ਨ ਲੈਣਾ, ਇਸ ਵਾਸਤੇ ਹੁਣ ਤਾਂ ਨਹੀਂ ਮੈਂ ਤੁਹਾਨੂੰ ਲਿਆ ਕੇ ਦੇ ਸਕਦਾ, ਨਾ ਹੀ ਕੁੜੀ ਇਸਲਾਮਾਬਾਦ ਤੋਂ ਪਹੁੰਚੇਗੀ। ਇਹ ਕੱਲ ਦੀ ਜਾਂ ਪਰਸੋਂ ਦੀ ਗੱਲ ਕਰੋ ਫੇਰ ਹੀ ਮੈਂ ਤੁਹਾਡੇ ਵਾਸਤੇ ਲੈ। ਉਹਨੇ ਆਖਿਆ ਨਹੀਂ ਸਾਨੂੰ ਅੱਜ ਹੀ ਚਾਹੀਦੀ ਹੈ, ਕੋਈ ਆਪਣੇ ਪਿੰਡ ਦੀ ਕੋਈ ਸਸਤੀ ਜੀ ਦੱਸ ਦੇ, ਉਹਨੂੰ ਵੀ ਅਸੀਂ ਪੈਸੇ ਠੀਕ ਦੇ ਦਿਆਂਗੇ। ਅੱਜ ਸਾਡਾ ਜ਼ੇਨ ਬਣਿਆ ਤੇ ਇਸ ਵਾਸਤੇ ਤੂੰ ਸਾਨੂੰ ਜਿਹੜਾ ਨਾ ਕੁੜੀ ਕਿਧਰੋਂ ਲਿਆ ਕੇ ਦੇ। ਉਹਨੇ ਆਖਿਆ ਭਾਈ ਅੱਜ ਨਹੀਂ ਹੋ ਸਕਦੀ, ਅਸੀਂ ਮਾਜ਼ਰਤ ਚਾਹੁੰਦੇ ਹਾਂ ਤੁਹਾਨੂੰ। ਉਹਨੇ ਆਖਿਆ ਨਹੀਂ ਭਾਈ ਕੋਈ ਤੇ ਹਾਲ ਦੱਸ। ਉਹਨੇ ਆਖਿਆ ਹਾਲ ਮੈਂ ਤੁਹਾਨੂੰ ਇੱਕੋ ਹੀ ਦੱਸ ਸਕਣਾ। ਉਹਨੇ ਆਖਿਆ ਕੀ ਹਾਲ? ਉਹਨੇ ਆਖਿਆ ਤੁਸੀਂ ਇੰਜ ਕਰੋ, ਉਹ ਫਲਾਣੀ ਜਗ੍ਹਾ ਤੇ ਤੁਸੀਂ ਲਗੇ ਜੋ, ਉੱਥੇ ਖੁਸਰੇ ਖਲੋਤੇ ਹੁੰਦੇ ਨੇ ਰੋਡ ਦੇ ਉੱਤੇ, ਤੇ ਉਹਨਾਂ 'ਚੋਂ ਅਗਰ ਤੁਹਾਡਾ ਦਿਲ ਮੰਨਦਾ ਤੇ ਉਹਨਾਂ ਨਾਲ ਯੈਸ਼ੀ ਮੈਸ਼ੀ ਕਰ ਲਓ ਇਸ ਟਾਈਮ, ਹੋਰ ਮੈਂ ਤੁਹਾਡੇ ਵਾਸਤੇ ਕੁਝ ਵੀ ਨਹੀਂ ਕਰਨਾ। ਆਖਿਆ ਦੱਸ ਕਿਹੜੀ ਜਗ੍ਹਾ ਤੇ ਖੁਸਰੇ ਨੇ? ਅੱਗੂ ਹੱਸਦੇ ਇੱਕ ਦੂਜੇ ਨਾਲ ਕਿ ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਖੁਸਰੇ ਨਾਲ ਹੀ ਅੱਜ ਕੰਮ ਚਲਾ ਲਾਂਗੇ। ਉਹ ਜਨਾਬ ਜਿਸ ਵੇਲੇ ਉਹਨੇ ਦੱਸਿਆ ਕਿ ਤੁਸੀਂ ਫਲਾਣੀ ਜਗ੍ਹਾ ਲਗੇ ਜੋ, ਉੱਥੇ ਤੁਸੀਂ ਰੋਡ ਤੇ ਜਾਓਗੇ ਤੇ ਅੱਗੇ ਤੁਹਾਨੂੰ ਆਪਣੇ ਆਪ ਹੀ ਖੁਸਰੇ ਨਜ਼ਰ ਆ ਜਾਣਗੇ। ਉਹ ਟਰੱਕਾਂ ਵਾਲੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਨਾਲ, ਤੁਸੀਂ ਵੀ ਪੈਸੇ ਠੀਕ ਦਿਓਗੇ ਤੇ ਤੁਹਾਡੇ ਨਾਲ ਬਹਿ ਕੇ ਟੁਰ ਜਾਏਗਾ, ਉਹਨੂੰ ਕਿਹੜੀ ਪਰੇਸ਼ਾਨੀ ਹੈ। ਉਹਨੇ ਆਖਿਆ ਬਾਬਾ ਠੀਕ ਹੈ। ਉਹਦਾ ਸਲਾਮ ਲੈ ਕੇ ਜਨਾਬ ਨਿਕਲ। ਉਹਨੇ ਆਖਿਆ ਬਾਬਾ ਚਲੋ ਫਿਰ ਖੁਸਰਿਆਂ ਵਾਲੀ ਚਲੀਏ। ਉਹਨੇ ਆਖਿਆ ਯਾਰ ਕੀ ਕਰਦਾ ਉਹਨੇ, ਕੱਲ ਚੱਲ ਪ੍ਰੋਗਰਾਮ ਬਣਾ ਲਾਂਗੇ, ਅੱਜ ਰਹਿਣ ਦੇ, ਕਿਉਂ ਇਸ ਤਰ੍ਹਾਂ ਦਾ? ਉਹਨੇ ਆਖਿਆ ਨਹੀਂ ਬਾਬਾ ਅੱਜ ਯੈਸ਼ੀ ਕਰਨੀ ਹੈ ਤੇ ਅੱਜ ਹੀ ਕਰਨੀ ਹੈ, ਖੁਸਰਾ ਹੀ ਜਾਣਦੇ ਹਾਂ, ਖੁਸਰਾ ਹੀ ਚੱਲੇਗਾ, ਤੂੰ ਅੱਜ ਫਿਕਰ ਨਾ ਕਰ, ਤੂੰ ਚੱਲ ਸਾਡੇ ਨਾਲ। ਉਹਨੇ ਆਖਿਆ ਠੀਕ ਹੈ ਤੇਰੀ ਮਰਜ਼ੀ। ਉਹ ਮੁੰਡੇ ਦੋਏ ਅੱਗੇ ਇਹਦੇ ਕੋਲ ਲੈ ਕੇ ਖਾਂਦੇ ਸੀ। ਉਹਨੇ ਆਖਿਆ ਚਲੋ ਜਿਸ ਤਰ੍ਹਾਂ ਇਹ ਆਖਦਾ ਉਸ ਤਰ੍ਹਾਂ ਹੀ ਕਰ ਲੈਂਦੇ ਹਾਂ। ਜਨਾਬ ਰਾਤੀ ਉਹ ਟੁਰੇ ਤੇ ਅੱਗੂ ਹੈ ਵੀ ਉਹ ਜਗ੍ਹਾ ਢੇਰ ਦੂਰ ਸੀ। ਜਿਸ ਵੇਲੇ ਰਾਤੀ ਉੱਥੇ ਪਹੁੰਚੇ ਅੱਗੂ ਜਨਾਬ ਉਹਨਾਂ ਨੂੰ ਨਜ਼ਰ ਆਇਆ ਉੱਥੇ ਕਿ ਟਰੱਕਾਂ ਵਾਲੇ ਜਿਹੜਾ ਸਾਈਡਾਂ ਤੇ ਟਰੱਕ ਲਾਏ ਨੇ ਤੇ ਉਹ ਬੰਦੇ ਜਨਾਬ ਨਾਲ ਅੰਦਰ ਵੜੇ ਨੇ। ਇਹ ਜਨਾਬ ਉੱਥੇ ਗੱਡੀ ਖਿਲਾ ਲਈ ਉਹਨਾਂ ਨੇ ਤੇ ਤੱਕਣ ਲਾ ਪਏ ਅੱਗੇ ਪਿੱਛੇ। ਇਹਨਾਂ ਨੂੰ ਕਿਧਰੇ ਕੋਈ ਖੁਸਰਾ ਨਜ਼ਰ ਕੋਨ ਆਇਆ। ਇਹਨਾਂ ਆਖਿਆ ਬਾਬਾ ਇਹਨਾਂ ਸਾਰੇ ਟਰੱਕਾਂ ਵਾਲਿਆਂ ਤੇ ਖੁਸਰੇ ਵਾੜੇ ਨੇ, ਸਾਨੂੰ ਤੇ ਕੋਈ ਨਜ਼ਰ ਹੀ ਨਹੀਂ ਆਉਂਦਾ ਪਿਆ। ਉਹਨੇ ਆਖਿਆ ਫਿਕਰ ਨਾ ਕਰ, ਕੋਈ ਨਾ ਕੋਈ ਹੁਣ ਨਿਕਲ ਆਵੇਗਾ ਉਧਰੋਂ। ਉਹਨੇ ਆਖਿਆ ਯਾਰ ਇਹ ਤੇ ਪਹਿਲਾਂ ਹੀ ਥੱਕੇ ਉਹਨਾਂ ਅੱਗੋਂ ਪੀਤੀ ਜੇ ਢੇਰ ਸੀ। ਉਹਨਾਂ ਆਖਿਆ ਟੈਨਸ਼ਨ ਨਾ ਲੈ, ਜਿਸ ਤਰ੍ਹਾਂ ਦਾ ਵੀ ਹੋਇਆ ਕੰਮ ਚੱਲ ਜਾਏਗਾ। ਉਹ ਜਨਾਬ ਪਹਿਲਾਂ ਤੇ ਕਾਫੀ ਦੇਰ ਖਲੋਤੇ ਰਹੇ, ਫਿਰ ਇੱਕ ਟਰੱਕ ਵਾਲਾ ਨਿਕਲਿਆ, ਉਹਨੂੰ ਜਾ ਕੇ ਪੁੱਛਿਆ। ਉਹਨੇ ਆਖਿਆ ਖੁਸਰਾ ਤਾਂ ਨਹੀਂ ਤੂੰ ਅੰਦਰ ਵਾੜਿਆ? ਉਹਨੇ ਆਖਿਆ ਨਹੀਂ ਮੈਂ ਤੇ ਕੋਈ ਨਹੀਂ ਵਾੜਿਆ, ਮੈਂ ਤਾਂ ਉਂਝ
ਤੇ ਖਲੋਤੇ ਆ ਸਾਂ, ਖੁਸਰੇ ਤੇ ਥੋੜੇ ਹੋਰ ਅੱਗੇ ਜਾਓ, ਉੱਥੇ ਹੋਣਗੇ ਖਲੋਤੇ, ਤੁਸੀਂ ਉੱਥੋਂ ਜਾ ਕੇ ਇੱਕ ਫੜ ਲਵੋ। ਉਹ ਜਨਾਬ ਇੰਜ ਕੀਤਾ, ਉਹਨਾਂ ਗੱਡੀ ਉੱਥੋਂ ਟੋਰੀ, ਅੱਗੇ ਆਏ ਤੇ ਅੱਗੇ ਤੱਕਿਆ ਤੇ ਇੱਕ ਖੁਸਰਾ ਖਲੋਤੇ ਆ, ਚੰਗਾ ਜਨਾਬ ਉਹਦਾ ਵਿੱਡ ਸੀ, ਚੰਗਾ ਉਹਦਾ ਜਿਸਮ ਆਇਆ। ਉਹ ਜਨਾਬ ਜਾ ਕੇ ਗੱਡੀ ਲਾਈ ਉਹਨੇ, ਆਪੂ ਐਸੀ ਹੌਲੇ ਹੌਲੇ ਮੁੜੇ ਆਈਏ। ਉਹ ਜਿਸਲੇ ਇੱਕ ਨਿਕਲਿਆ ਤੇ ਪੀਤੀ ਉਹਨੇ ਆਖਿਆ ਇੱਧਰ ਆ। ਉਹ ਜਿਹੜਾ ਖੁਸਰਾ ਕੋਲ ਆਇਆ ਉਹਨੂੰ ਆਂਦਾ ਹਾਂ ਬਈ ਸੁਣਾ ਕਿੰਨੇ ਪੈਸੇ ਲੈਣੇ ਨਹੀਂ। ਉਹ ਅੱਗੂ ਕਹਿੰਦਾ ਨਹੀਂ ਪੈਸੇ ਨਹੀਂ, ਮੈਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਦਾ, ਮੈਨੂੰ ਤੁਸੀਂ ਉਂਝ ਜੇ ਪੈਸੇ ਦੇਣੇ ਤੇ ਦੇ ਦਿਓ। ਅੱਗੂ ਇਹ ਕਹਿੰਦੇ ਨਾ ਨਾ ਪੈਸੇ ਅਸੀਂ ਤੈਨੂੰ ਕਿਉਂ ਉਂਝ ਦੇਣੇ ਨੇ, ਜੇ ਤੇ ਤੇਰਾ ਮੂਡ ਹੈ ਤੇ ਸਾਡੇ ਨਾਲ ਬਹਿ ਗੱਡੀ 'ਚ। ਉਹਨੇ ਆਖਿਆ ਗੱਲ ਸੁਣੋ, ਤੁਸੀਂ ਥੋੜੇ ਅੱਗੇ ਆ ਜਾਓ ਤੇ ਗੱਲਬਾਤ ਕਰ ਲੈਂਦੇ ਆ। ਉਹਨੇ ਜਨਾਬ ਖੁਸਰਾ ਟੁਰ ਕੇ ਥੋੜਾ ਅੱਗੇ ਗਿਆ, ਇਹਨੇ ਆਖਿਆ ਬਾਬਾ ਆ ਜਾਓ। ਇੱਕ ਆਖੇ ਕਿ ਪਹਿਲਾਂ ਮੈਂ ਜਾਣਾ ਇਹਦੇ ਵੱਲ, ਦੂਜਾ ਆਖੇ ਪਹਿਲਾਂ ਮੈਂ ਜਾਣਾ। ਉਹ ਜਨਾਬ ਬਹਰਹਾਲ ਨਾ ਉਹਨਾਂ ਦੀ ਜਿਹੜੇ ਬਾਹਰੋਂ ਆਇਆ ਸੀ ਉਹਨੇ ਆਖਿਆ ਪਹਿਲਾਂ ਤੂੰ ਹੀ ਲਗਾ ਜਾਈ। ਉਹ ਜਨਾਬ ਇਸ ਤਰ੍ਹਾਂ ਆਇਆ, ਜੂੰ ਹੀ ਅੱਗੇ ਗਏ ਜਾ ਕੇ ਨਿਕਲੇ ਬਾਹਰ। ਖੁਸਰੇ ਨੇ ਆਖਿਆ ਕਿ ਨਹੀਂ ਇਹ ਸਬਰ ਕਰ ਜੋ, ਮੈਂ ਤੁਹਾਨੂੰ ਖੁਸਰਾ ਉਹਨੇ ਆਖਿਆ ਨਹੀਂ ਹੋਰ ਤੂੰ ਮੰਗਾਏਗਾ ਪਹਿਲਾਂ ਤੂੰ ਤੇ ਆ। ਹਾਂ ਉਹ ਜਨਾਬ ਉਹ ਜਿਸਲੇ ਉਹਦੇ ਨਾਲ ਗੁੱਸੇ ਹੋਏ, ਖੁਸਰਾ ਚੰਗਾ ਤਗੜਾ ਸੀ, ਉਹਨੇ ਆਖਿਆ ਪਰਾਂ ਹੋ ਜਾਓ ਕਿ ਤੁਸੀਂ ਚਵਲਾ ਮਾਰਦੇ ਹੋ ਪਏ। ਉਹ ਜਨਾਬ ਉਹਨੇ ਨਾਲ ਹੀ ਪਿਸਤੌਲ ਕੱਢ ਕੇ ਨਾ ਖੁਸਰੇ ਨੂੰ ਰਾਹ ਲਈ। ਉਹਨੇ ਆਖਿਆ ਚੁੱਪ ਕਰਕੇ ਇੱਧਰ ਸਾਈਡੇ ਹੋ ਜਾ, ਪੈਸੇ ਵੀ ਅਸਾਂ ਤੈਨੂੰ ਕੋਈ ਨਹੀਂ ਦੇਣੇ ਤੇ ਤੇਰੇ ਨਾਲ ਗੇਮ ਵੀ ਪਾ ਜਾਣੀ ਹੈ। ਉਹਨੂੰ ਜਨਾਬ ਚੁੱਪ ਕਰਾ, ਉਹ ਡਰ ਗਿਆ। ਉਹ ਜਿਹੜਾ ਯਾਰ ਬਾਹਰੋਂ ਆਇਆ ਸੀ ਨਾ ਉਹਨੇ ਖੁਸਰੇ ਨਾਲ ਗੇਮ ਪਾ ਤਰੀ। ਜਿਸਲੇ ਉਹਦੇ ਨਾਲ ਪਾਈ ਉਹ ਜਨਾਬ ਜਿਸਲੇ ਉਹਨੂੰ ਵੱਟ ਚੜ ਗਿਆ, ਉਹਨੇ ਜਨਾਬ ਫਟਵਟ ਖੋਈ ਇਹਨਾਂ ਕੋਲ ਪਿਸਤੌਲ ਖੋ ਕੇ ਤੇ ਜਨਾਬ ਪਿਸਟਲ ਨਾਲ ਇਹਨੇ ਮਾਰੇ ਉਹਨਾਂ ਦੀਆਂ ਲੱਤਾਂ ਦੇ ਫੈਰ ਚੰਗੇ ਟਿਕਾ ਕੇ ਉਹਨੇ ਸਹੀ ਵਿੱਚ ਰੱਖ ਕੇ। ਉਹ ਅੱਗੂ ਇਹਨਾਂ ਦੀਆਂ ਨਿਕਲ ਚੀਕਾਂ ਗਈਆਂ। ਉਹ ਜਨਾਬ ਅੱਗੂ ਜਿਹੜਾ ਖੁਸਰਾ ਉਹ ਇਹਨਾਂ ਦੀ ਗੱਡੀ ਲੈ ਕੇ ਉਹ ਨੱਸ ਗਿਆ। ਗੱਡੀ ਲੈ ਕੇ ਨਸਿਆ। ਇਹ ਜਿਹੜੇ ਤਰਵੇ ਨੇ ਉੱਤੇ ਖੂਨੋ ਖੂਨ ਹੋਏ, ਰਾਤੀ ਨਾ ਕੋਈ ਬੰਦਾ ਲੱਭੇ ਕਿ ਇਹ ਹੁਣ ਸਾਡੇ ਨਾਲ ਬਣੇਗਾ ਕਿ। ਉਹ ਜਨਾਬ ਰੋਡ ਤੇ ਆ ਗਏ। ਰੋਡ ਤੇ ਆ ਕੇ ਜਿਸੇ ਕੋਈ ਬੰਦਾ ਚੰਗਾ ਸੀ ਉਹਨੇ ਗੱਡੀ ਖਿਲਾਈ। ਗੱਡੀ ਖਿਲਾ ਕੇ ਦੇਖਿਆ ਤੇ ਇਹਨਾਂ ਤਰਵਾਂ ਨੂੰ ਫੈਰ ਲੱਗੇ। ਉਹ ਜਨਾਬ ਚੁੱਕ ਕੇ ਉਹਨੇ ਗੱਡੀ 'ਚ ਪਾਇਆ। ਜਿਸਲੇ ਹਸਪਤਾਲ ਲੈ ਕੇ ਗਿਆ ਪਤਾ ਲੱਗਾ ਕਿ ਇਹਨਾਂ ਦੀਆਂ ਲੱਤਾਂ ਜਿਹੜਾ ਖੂਨ ਹੈ ਉਹ ਕਾਫੀ ਬਹਿ ਗਿਆ ਇਹਨਾਂ ਦਾ। ਉਹ ਇਸ ਵਾਸਤੇ ਲੱਤਾਂ ਜਿਹੜੀਆਂ ਨੇ ਤਕਰੀਬਨ ਉਹ ਕੰਮ ਕਰਨ ਦੇ ਕਾਬਲ ਨਹੀਂ ਸੀ ਹੈ। ਲੇਕਿਨ ਜਿਸਲੇ ਉਹਨਾਂ ਨੂੰ ਬਿਲਕੁਲ ਠੀਕ ਹੋਏ ਥੋੜੇ ਬਹੁਤੇ, ਸੁਬਾਹ ਜਿਹੜਾ ਪੁਲਿਸ ਆਈ, ਪੁਲਿਸ ਨੇ ਆ ਕੇ ਜਿਸਲੇ ਇਹਨਾਂ ਕੋਲੋਂ ਇੰਟਰਵਿਊ ਵਗੈਰਾ ਲਿਆ ਕੇ ਬਿਆਨ ਲਿਆ ਕਿ ਕੀ ਮਸਲਾ ਤੁਹਾਡੇ ਨਾਲ ਬਣਿਆ। ਉਹਨਾਂ ਆਖਿਆ ਜੀ ਇਸ ਤਰ੍ਹਾਂ ਅਸੀਂ ਗਏ ਸਾਂ ਫਲਾਣੀ ਜਗ੍ਹਾ ਤੇ, ਇੱਥੇ ਸਾਨੂੰ ਖੁਸਰਾ ਲੱਭਾ ਸੀ ਤੇ ਉਹਨੇ ਜਿਹੜਾ ਅਸੀਂ ਉਹਦੇ ਨਾਲ ਕੋਸ਼ਿਸ਼ ਕੀਤੀ ਹੈ ਕੋਈ ਜ਼ਿਆਦਤੀ ਕਰਨ ਦੀ। ਉਹਨੇ ਸਾਡੇ ਕੋਲ ਪਿਸਤੌਲ ਖੋ ਕੇ ਸਾਡੀਆਂ ਹੀ ਲੱਤਾਂ ਜਿਹੜਾ ਫੈਰ ਮਾਰੇ ਨੇ ਤੇ ਆਪੂ ਸਾਡੀ ਗੱਡੀ ਲੈ ਕੇ ਨੱਸ ਗਿਆ। ਉਹਨੇ ਆਖਿਆ ਗੱਡੀ ਦਾ ਨੰਬਰ ਸ਼ੰਬਰ ਦੱਸੋ। ਉਹਨਾਂ ਗੱਡੀ ਦਾ ਨੰਬਰ ਸ਼ੰਬਰ ਦੱਸਿਆ ਜਨਾਬ। ਜਿਸਲੇ ਸਾਰੀ ਗੱਲਬਾਤ ਪੁੱਛੋ ਨੇ ਕਿ ਅਸੀਂ ਕੋਈ ਨਹੀਂ, ਅਸੀਂ ਇਨਕੁਆਇਰੀ ਕਰ ਲੈਂਦੇ ਹਾਂ ਉਸ ਖੁਸਰੇ ਦੀ। ਉਹ ਜਨਾਬ ਕਾਫੀ ਦਿਨ 4-5 ਦਿਨ ਗੁਜ਼ਰ ਗਏ। ਆਪੂ ਤੇ ਜਿਹੜਾ ਉਹ ਲੱਤਾਂ ਉਹਨਾਂ ਦੀਆਂ ਕੰਮ ਨਹੀਂ ਸੀ ਕਰਦੇ। ਜਿਹੜਾ ਬਾਹਰੋਂ ਆਇਆ ਸੀ ਉਹਦੀਆਂ ਤੇ ਲੱਤਾਂ ਹੀ ਜ਼ਿਆਦਾ ਇਨਫੈਕਸ਼ਨ ਹੋ ਗਿਆ। ਉਹਦੇ ਘਰਦਿਆਂ ਨੂੰ ਪਤਾ ਲੱਗਾ ਕਿ ਮੁੰਡੇ ਸਾਡੇ ਨੇ ਕਿਹੜੀ ਚਵਲ ਮਾਰੀ ਹੈ, ਇੱਕ ਗੱਡੀ ਵੀ ਖਵਾ ਲਈ ਤੇ ਦੂਜਾ ਜਿਹੜਾ ਇਸ ਤਰ੍ਹਾਂ ਖੁਸਰਿਆਂ ਨਾਲ ਹਰਕਤਾਂ ਕਰਦਾ ਫਿਰਦਾ ਸੀ। ਜ਼ਾਹਰੀ ਗੱਲ ਹੈ ਪੁਲਿਸ ਨੂੰ ਤੇ ਉਹਨੇ ਸੱਚਾ ਹੀ ਬਿਆਨ ਦੇਣਾ ਸੀ ਨਾ। ਅੱਗੂ ਜਿਸਲੇ ਉਹ ਪੁਲਿਸ ਨੇ ਇਨਕੁਆਇਰੀ ਕੀਤੀ, ਉਹ ਬੰਦੇ ਦਾ ਜਾ ਕੇ 5-7 ਦਿਨਾਂ ਬਾਅਦ ਪਤਾ ਲੱਗਾ। ਉਹਨੂੰ ਪੁਲਿਸ ਨੇ ਜਿਸਲੇ ਫੜਿਆ ਉਹਨੇ ਆਖਿਆ ਜੀ ਮੈਂ ਤੇ ਖੁਸਰਾ ਹੈ ਹੀ ਨਹੀਂ, ਅਸੀਂ ਤੇ ਵਾਕਈ ਅੱਗੇ ਚੋਰੀਆਂ ਕਰਦੇ ਸਾਂ ਤੇ ਲੇਕਿਨ ਇਸ ਬੰਦੇ ਨੇ ਜਿਹੜਾ ਮੇਰੇ ਨਾਲ ਜ਼ਿਆਦਤੀ ਕੀਤੀ ਤਾਂ ਵਾਸਤੇ ਮੈਂ ਇਹਦੇ ਕੋਲ ਖੋ ਕੇ ਪਿਸਟਲ ਤੇ ਮੈਂ ਜਿਹੜਾ ਨਾ ਉਹ ਫੈਰ ਮਾਰਿਆ। ਆਮ ਤੌਰ ਤੇ ਅਸੀਂ ਜਿਹੜਾ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਆ ਵੀ, ਅਸੀਂ ਸਿਰਫ ਚੋਰੀਆਂ ਕਰਨੇ। ਇੱਕ ਦੋ ਹੋਰ ਵੀ ਬੰਦਾ ਮੇਰੇ ਨਾਲ ਸ਼ਾਮਲ ਹੈ। ਉਹਨਾਂ ਜਨਾਬ ਜਿਸਲੇ ਫੜੇ 2-3 ਬੰਦੇ ਫੜ ਕੇ ਤੇ ਉਹਨਾਂ ਅੰਦਰ ਕੀਤੇ ਤੇ ਇਹ ਵਿਚਾਰੇ ਦੀਆਂ ਲੱਤਾਂ ਜਿਹੜੀਆਂ ਨੇ ਉਹ ਬਿਲਕੁਲ ਹੀ ਜਿਹੜਾ ਨਾ ਅਈਏ ਵੀ ਜੇ ਟੁਰਦਾ ਤੇ ਦੋਈਆਂ ਖਿਲਾਰ ਕੇ ਲੱਤਾਂ ਟੁਰਦਾ, ਕਿਉਂਕਿ ਜ਼ਾਹਰੀ ਗੱਲ ਹੈ ਇਨਫੈਕਸ਼ਨ ਉਹਨੂੰ ਬਹੁਤ ਜ਼ਿਆਦਾ ਹੋ ਗਈ ਹੈ ਤੇ ਉਹਦੇ ਵਾਸਤੇ ਪ੍ਰੋਬਲਮ ਬਣ ਗਈ ਹੈ। ਤੇ ਯਾਸ਼ੀ ਕਰਨਾ ਚਾਹੁੰਦਾ ਸੀ ਲੇਕਿਨ ਉਹਦੇ ਕੋਈ ਯਾਸ਼ੀ ਨਹੀਂ ਹੋ ਸਕੀ। ਤੁਹਾਨੂੰ ਪਤਾ ਯਾਸ਼ੀ ਇਸ ਤਰ੍ਹਾਂ ਥੋੜ੍ਹੀ ਹੁੰਦੀ ਹੈ। ਯਾਸ਼ੀ ਵਾਸਤੇ ਵੀ ਜਿਹੜਾ ਨਾ ਕੋਈ ਬੰਦੇ ਨੂੰ ਥੋੜ੍ਹਾ ਦਿਮਾਗ ਦਾ ਕੰਟਰੋਲ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਤੇ ਆਇਆ ਸੀ ਬਾਹਰੋਂ ਤੇ ਕਹਿੰਦਾ ਪੀਓ ਪਿਲਾਓ ਯਾਸ਼ੀ ਕਰੋ ਤੇ ਬਾਕੀ ਦੇਖੀ ਜਾਏਗੀ। ਲੇਕਿਨ ਅਗਰ ਮੇਰੀ ਵੀਡੀਓ ਤੁਸੀਂ ਪੂਰੀ ਦੇਖਦੇ ਹੋ, ਕੋਸ਼ਿਸ਼ ਕਰਿਆ ਕਰੋ ਯਾਰ, ਸਬਸਕ੍ਰਾइब ਵੀ ਕਰ ਦਿਆ ਕਰੋ, ਲਾਈਕ ਵੀ ਕਰਿਆ ਕਰੋ, ਕਮੈਂਟਸ ਵੀ ਕਰਿਆ ਕਰੋ, ਕਿਉਂਕਿ ਤੁਸੀਂ ਅਗਰ ਲਾਈਕ ਕਰਦੇ ਹੋ ਤਾਂ ਮੇਰਾ ਵੀ ਦਿਲ ਖੁਸ਼ ਹੁੰਦਾ ਕਿ ਚਲੋ ਮੇਰੀ ਨਾ ਵੀਡੀਓ ਪੂਰੀ ਦੇਖੀ ਹੈ। ਇਸ ਵੇਲੇ ਰਮਜ਼ਾਨ ਹੈ ਲੇਕਿਨ ਫਿਰ ਵੀ ਮੈਨੂੰ ਵੀਡੀਓ ਬਣਾਉਣੀ ਪੈਂਦੀ ਹੈ, ਕਿਉਂਕਿ ਵੀਡੀਓ ਨਾ ਬਣਾ ਤੇ ਫਿਰ ਤੁਸੀਂ ਆਖੋਗੇ ਭਾਈ ਕਿੱਧਰ ਗਾਇਬ ਹੋ ਗਿਆ। ਬਾਕੀ ਇਹ ਹੈ ਕਿ ਕੋਸ਼ਿਸ਼ ਕਰਿਆ ਕਰੋ, ਲਾਈਕ ਲਾਜ਼ਮੀ ਕਰਿਆ ਕਰੋ। ਥੈਂਕ ਯੂ ਸੋ ਮਚ।